ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ਼ਦੇ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਜ਼ੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਮੁੱਚੀ ਮਾਨਵਤਾ ਦੇ ਰਹਿਬਰ ਸ਼ਬਦਾ ਅਵਤਾਰ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਈਮਾਨ ਗੁਰੂ ਸਵਾਰੀ ਸਤ ਸੰਗੀ ਜਨੋ ਵਡਭਾਗੀ ਹੋ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅਤੇ ਘਰਾਂ ਅੰਦਰ ਬੈਠ ਕੇ ਆਪਾਂ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਦੇ ਜਥੇ ਪਾਸੋਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਹਿ ਬਖਸ਼ਿਸ਼ ਰਹਿਮਤ ਕਰਨ ਇਨ੍ਹਾਂ ਰਾਤਰੀ ਦੇ ਵਿਸ਼ੇਸ਼ ਦੀਵਾਨਾਂ ਅੰਦਰ ਕਲਗੀਧਰ ਸੁਆਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਹਾਜ਼ਰੀਆਂ ਭਰ ਕੇ ਆਪਾਂ ਹਰ ਜਸ ਗੁਰੂ ਸਵਾਰਿਆਂ ਪਾਸੋਂ ਵਾਰੀ ਵਾਰੀ ਸਰਵਣ ਕਰਨਾ ਹੈ। ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਓ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੀ ਰਲ ਮਿਲ ਕੇ ਸਾਂਝ ਪਾਈਏ। ਵਿਚਾਰ ਆਰੰਭਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਇੱਕ ਬਚਨ ਪੜ੍ਹਦੇ ਹਾਂ ਕਿ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ, ਕਿ ਹਰ ਕੋਈ ਆਪੋ ਆਪਣੇ ਮਜ਼ਹਬ ਦੇ ਅੰਦਰ ਆਪਣੇ ਗੁਰੂ ਨੂੰ ਵੱਡਾ ਕਰਕੇ ਹੀ ਉਸ ਦੀ ਵਡਿਆਈ ਕਰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੰਬੰਧੀ ਜਦੋਂ ਆਪਾਂ ਦੇਖਦੇ ਹਾਂ ਤੇ ਇੱਥੇ ਵੱਖ-ਵੱਖ ਮਜ਼ਹਬਾਂ ਦੇ ਵਿਦਵਾਨ ਵੀ ਸਤਿਗੁਰੂ ਦੀ ਵਡਿਆਈ ਕਰਦੇ ਹੋਏ ਕਮਾਲ ਕਰ ਜਾਂਦੇ ਨੇ। ਜਦੋਂ ਆਪਾਂ ਵਿਦਵਾਨਾਂ ਦੇ ਬਚਨਾਂ ਨੂੰ ਪੜ੍ਹਦੇ ਹਾਂ, ਉਹਨਾਂ ਵਿੱਚੋਂ ਮੁਹੰਮਦ ਲਤੀਫ ਵਰਗੇ ਜਦੋਂ ਬੋਲ ਸਾਂਝੇ ਕਰਦੇ ਨੇ ਤੇ ਉਹ ਕਹਿਣ ਲੱਗੇ, ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਮੈਂ ਤੇਰੀ ਕੀ ਸਿਫਤ ਤੇਰੀ ਕੀ ਵਡਿਆਈ ਕਰਾਂ। ਜਦੋਂ ਮੈਂ ਤੇਰੇ ਵੱਲ ਦੇਖਦਾ ਹਾਂ ਕਿ ਤੂੰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਤੋਰ ਦੇਣਾ ਹੈ। ਤੂੰ ਦਾਨੀ ਬਹੁਤ ਵੱਡਾ ਹੈ। ਜਿਸ ਵਕਤ ਮੈਂ ਆਪ ਜੀ ਨੂੰ ਪਾਉਂਟਾ ਸਾਹਿਬ ਦੀ ਧਰਤੀ ਤੇ ਸਾਹਿਤ ਰਚਦਿਆਂ ਦੇਖਦਾ ਹਾਂ ਤੇ ਮੈਨੂੰ ਬਹੁਤ ਵੱਡਾ ਤੂੰ ਕਵੀ ਨਜ਼ਰ ਆਉਂਦਾ ਹੈ। ਇਸ ਸੰਬੰਧੀ ਤਾਂ ਹੋਰ ਵੀ ਵਿਦਵਾਨਾਂ ਦੇ ਖਿਆਲ
ਜਦੋਂ ਬਗਦਾਦ ਦੀ ਧਰਤੀ ਤੇ ਰਹਿਣ ਵਾਲੇ ਸੈਯਦ ਮੁਹੰਮਦ ਤਾਂ ਮੇਲ ਦੀ ਆਪਾਂ ਵਿਚਾਰ ਪੜ੍ਹਦੇ ਹਾਂ। ਉਸਨੇ ਬੜੇ ਗ੍ਰੰਥ, ਬੜੀਆਂ ਕਿਤਾਬਾਂ ਫਾਰਸੀ ਦੇ ਅੰਦਰ ਲਿਖੀਆਂ, ਪਰ ਜਿਸ ਵਕਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਚਨਾ ਉਸ ਦੇ ਸਾਹਮਣੇ ਆਉਂਦੀ ਹੈ ਜਾਂ ਜ਼ਫਰਨਾਮੇ ਦੇ ਵਿੱਚੋਂ ਕੁਝ ਉਹ ਬੋਲ ਪੜ੍ਹਦਾ ਹੈ ਤੇ ਉਹ ਹੈਰਾਨ ਹੋ ਜਾਂਦਾ ਹੈ। ਕਹਿੰਦਾ ਮਾਤਰ ਭਾਸ਼ਾ ਫਾਰਸੀ ਜਿਹੜੀ ਹੈ ਉਹ ਮੇਰੀ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਇਹਨਾਂ ਰਚਨਾਵਾਂ ਦੇ ਸਾਹਮਣੇ ਮੇਰੀਆਂ ਰਚਨਾਵਾਂ ਵੀ ਜਿਹੜੀਆਂ ਹਨ ਉਹ ਫਿੱਕੀਆਂ ਪੈ ਜਾਂਦੀਆਂ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਹ ਫਾਰਸੀ ਭਾਸ਼ਾ ਕੋਈ ਮਾਤਰ ਭਾਸ਼ਾ ਨਹੀਂ, ਪਰ ਫਿਰ ਵੀ ਕਮਾਲ ਕਰ ਦਿੰਦੇ ਨੇ। ਤੇ ਮੁਹੰਮਦ ਲਤੀਫ ਦੇ ਬੋਲ ਮੈਂ ਸਾਂਝੇ ਕਰ ਰਿਹਾ। ਉਹ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਦੋਂ ਮੈਂ ਪਾਉਂਟਾ ਸਾਹਿਬ ਦੀ ਧਰਤੀ ਤੇ ਦੇਖਣਾ ਤੇ ਮੈਨੂੰ ਬਹੁਤ ਵੱਡਾ ਤੂੰ ਕਵੀ ਨਜ਼ਰ ਆਉਂਦਾ ਹੈ। ਜਿਸ ਵਕਤ ਇਸੇ ਹੀ ਧਰਤੀ ਤੇ ਭੰਗਾਣੀ ਦੇ ਉਸ ਮੈਦਾਨ ਦੇ ਅੰਦਰ ਚੜੇ ਹੋਏ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋ ਤੇ ਮੈਨੂੰ ਸੂਰਮੇ ਬਹੁਤ ਵੱਡੇ ਨਜ਼ਰ ਆਉਂਦੇ ਹੋ। ਉਹ ਹਰੀ ਚੰਦ ਵਰਗੇ ਜਿਹੜੇ ਬੜਾ ਮਾਣ ਕਰਦੇ ਫਿਰਦੇ ਸਨ, ਤੁਸੀਂ ਉਹਨਾਂ ਨੂੰ ਵੀ ਢਹਿ ਢੇਰੀ ਕਰ ਦਿੰਦੇ ਹੋ। ਤੁਸੀਂ ਬਹੁਤ ਵੱਡੇ ਸੂਰਮੇ ਹੋ। ਫਿਰ ਕਹਿਣ ਲੱਗੇ, ਜਦੋਂ ਮੈਂ ਅਨੰਦ ਦੀ ਧਰਤੀ ਵੱਲ ਨਜ਼ਰ ਮਾਰਦਾ, ਤੁਸੀਂ ਖੰਡੇ ਬਾਟੇ ਕੀ ਪਹੁਲ ਪੰਜਾਂ ਪਿਆਰਿਆਂ ਨੂੰ ਦਿੰਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਝੁਕ ਕੇ ਆਪ ਤੁਸੀਂ ਫਕੀਰ ਬਣ ਕੇ ਖੰਡੇ ਬਾਟੇ ਕੀ ਪੌਲ ਮੰਗਦੇ ਹੋ। ਤੇ ਉਸ ਵਕਤ ਮੈਨੂੰ ਬਹੁਤ ਵੱਡੇ ਫਕੀਰ ਨਜ਼ਰ ਆਉਂਦੇ ਹੋ। ਮੈਂ ਦਾਨੀ ਦੀ ਸਿਫਤ ਲਿਖਾਂ, ਮੈਂ ਕਵੀ ਦੀ ਸਿਫਤ ਲਿਖਾਂ, ਮੈਂ ਸੂਰਮੇ ਦੀ ਗੱਲ ਕਰਾਂ, ਮੈਂ ਫਕੀਰ ਦੀ ਗੱਲ ਕਰਾਂ, ਮੈਨੂੰ ਸਮਝ ਕੋਈ ਨਹੀਂ ਆਉਂਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਪੱਖੀ ਸ਼ਖਸੀਅਤ ਹੈ, ਕਿਸ ਪਾਸੇ ਵੱਲੋਂ ਬਿਆਨ ਕੀਤਾ ਜਾਏ। ਉਸ ਤੋਂ ਬਾਅਦ ਜੇ ਲਾਲਾ ਦੌਲਤ ਰਾਏ ਦੇ ਬੋਲਾਂ ਨੂੰ ਪੜ੍ਹਦੇ ਹਾਂ, ਉਹ ਆਰਿਆ ਸਮਾਜੀ ਵਿਦਵਾਨ, ਉਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੰਬੰਧੀ ਜਦੋਂ ਬੋਲ ਸਾਂਝੇ ਕਰਦਾ ਹੈ, ਕਹਿਣ ਲੱਗੇ, ਜਗਤ ਦੇ ਅੰਦਰ ਬੜੇ ਆਏ, ਇੱਥੇ ਕ੍ਰਿਸ਼ਨ ਜੀ ਆਏ, ਉਹ ਵੀ ਉਹ ਕੰਮ ਨਾ ਕਰਕੇ ਗਏ। ਇੱਥੇ ਰਾਮਚੰਦਰ ਜੀ ਆਏ, ਉਹਨਾਂ ਤੋਂ ਵੀ ਉਹ ਕੰਮ ਨਾ ਹੋਇਆ। ਇੱਥੇ ਸ਼ੰਕਰਾਚਾਰਿਆ ਵਰਗੇ ਆਏ, ਉਹਨਾਂ ਤੋਂ ਵੀ ਬਰਾਬਰੀ ਸਤਿਗੁਰੂ ਦੀ ਨਹੀਂ ਹੋਈ। ਇੱਥੇ ਬੁੱਧ ਜੀ ਵਰਗੇ ਆਏ, ਇੱਥੇ ਸੂਰਜ ਬੰਸੀ ਰਾਜੇ ਆਏ, ਇੱਥੇ ਚੰਦਰ ਬੰਸੀ ਰਾਜੇ ਆਏ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਕੰਮ ਤੁਸੀਂ ਕਰ ਗਏ ਉਹ ਇਹਨਾਂ ਤੋਂ ਕਿਸੇ ਤੋਂ ਵੀ ਨਾ ਹੋਏ। ਆਪੋ ਆਪਣੇ ਥਾਂ ਤੇ ਸਾਰੇ ਸਤਿਕਾਰਯੋਗ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰਾ ਰੁਤਬਾ ਜਿਹੜਾ ਹੈ ਕੁਝ ਵੱਖਰਾ ਹੈ। ਉਸ ਤੋਂ ਬਾਅਦ ਫਿਰ ਹਕੀਮ ਜੋਗੀ ਅੱਲਾ ਯਾਰ ਖਾਨ ਦੇ ਜਦੋਂ ਬੋਲਾਂ ਨੂੰ ਪੜ੍ਹਦੇ ਆ, ਉਹ ਤਾਂ ਕਮਾਲ ਕਰ ਦਿੰਦੇ ਨੇ। ਕਹਿਣ ਲੱਗੇ, ਕਰਤਾਰ ਕੀ ਸੁਗੰਧ ਹੈ, नानक की कसम है, जितनी भी हो तारीफ गोविंद की वो कम है। हर चंद मेरे हाथ में पुरजोर कलम है, सतगुरु के लिखूं वस्व का ताबे रकम है। एक आंख से क्या बुलबुला कुल बैर को देखे, साहिल को मंझ धार को ਜਾਂ लहर को देखे। ਕਹਿਣ ਲੱਗੇ, ਮੇਰੇ ਵਰਗਾ ਇੱਕ ਬੁਲਬੁਲਾ ਸਮੁੰਦਰ ਬਾਰੇ ਕੀ ਜਾਣ ਸਕਦਾ ਹੈ। ਉਸ ਦੀ ਡੂੰਘਾਈ ਬਿਆਨ ਕਰੇ ਕਿ ਉਸ ਦਾ ਪਸਾਰਾ ਬਿਆਨ ਕਰੇ, ਕੁਝ ਵੀ ਨਹੀਂ ਬਿਆਨ ਹੋ ਸਕਦਾ। ਤੇ ਨਾਲ ਹੀ ਉਹ ਜਗਤ ਦੀ ਗੱਲ ਕਰਦਾ, ਇੱਕ ਹੋਰ ਗੱਲ ਸਾਂਝੀ ਕਰ ਜਾਂਦਾ ਹੈ ਕਿ ਇਨਸਾਫ करे जी में जमाना तो यकीन है। कह दे गुरु गोबिंद का सानी ही नहीं है कि गुरु गोबिंद सिंह पातशाह संबंधी अजे बहुतात मनुखता नूं समझ ही कोई नहीं पई। उस तो बाद जे बुल्ले शाह वर्गे सूफी फकीर दे बोल पढ़ते हैं तो वह भी कमाल कर देंदे ने। कहन लगे, ना कहूँ जब की, ना कहूँ तब की, बात करूँ मैं अब की। अगर न होते गुरु गोबिंद सिंह तो सुन्नत होती सबकी।
ਉਸ ਤੋਂ ਬਾਅਦ ਜੇ ਕੁਝ ਆਪਣੇ ਵਿਦਵਾਨਾਂ ਦੇ ਬੋਲਾਂ ਨੂੰ ਪੜ੍ਹਦੇ ਆ ਤੇ ਉਹਨਾਂ ਵੀ ਕਮਾਲ ਕੀਤੇ। ਕਹਿਣ ਲੱਗੇ 18ਵੀਂ ਸਦੀ ਦਾ ਸਮਾਂ, ਜਿਸ ਵਕਤ ਧਾੜਵੀ ਫਿਰ ਇਸ ਪਾਸੇ ਵੱਲ ਕੁਝ ਹਮਲਾ ਕਰਦੇ ਰਹੇ, ਨਾਦਰ ਸ਼ਾਹ ਵਰਗੇ ਚੜ੍ਹਦੇ ਨੇ ਤੇ ਉਹ ਦਿੱਲੀ ਦੀ ਧਰਤੀ ਵੱਲ ਆਉਂਦੇ, ਬਹੁਤ ਕੁਝ ਇਸ ਭਾਰਤ ਵਿੱਚੋਂ ਲੁੱਟ ਕੇ ਵਾਪਸ ਮੁੜਦੇ ਨੇ ਤੇ ਖਾਲਸਾ ਰਸਤੇ ਅੰਦਰ ਘੋੜਿਆਂ ਉੱਪਰ ਸਵਾਰ ਉਹਨਾਂ ਦਾ ਰਸਤਾ ਰੋਕ ਲੈਂਦਾ ਹੈ। ਤੇ ਇਹੀ ਨਾਦਰ ਸ਼ਾਹ ਜਿਸ ਵਕਤ ਲਾਹੌਰ ਦੀ ਧਰਤੀ ਤੇ ਜ਼ਕਰੀਆ ਖਾਨ ਵਰਗਿਆਂ ਦੇ ਕੋਲ ਗੱਲ ਕਰਦਾ ਹੈ ਕਿ ਇਹ ਕੌਣ ਹਨ, ਸਾਡੇ ਸਾਹਮਣੇ ਤਾਂ ਕੋਈ ਨਹੀਂ ਅੜਦਾ, ਇੰਨੇ ਸਾਲਾਂ ਤੋਂ ਇਸ ਪਾਸੇ ਵੱਲ, ਇੰਨੀਆਂ ਸਦੀਆਂ ਤੋਂ ਇਸ ਪਾਸੇ ਵੱਲ ਆ ਰਹੇ ਆ, ਸਾਡਾ ਰਸਤਾ ਰੋਕਣ ਵਾਲਾ ਕੋਈ ਨਹੀਂ, ਇਹ ਕੌਣ ਨੇ ਜਿਹੜੇ ਸਾਡੇ ਰਸਤੇ ਅੰਦਰ ਸਭ ਕੁਝ ਖੋ ਕੇ ਲੈ ਜਾਂਦੇ ਨੇ, ਸਾਰਾ ਕੁਝ ਘਰੋਂ ਘਰੀ ਵਾਪਸ ਕਰਵਾ ਦਿੰਦੇ ਨੇ। ਜੇ ਅਸੀਂ ਭਾਰਤ ਵਿੱਚੋਂ ਬਹੁ ਬੇਟੀਆਂ ਇਥੋਂ ਦੀ ਇੱਜ਼ਤ ਬਣ ਕੇ ਲੈ ਕੇ ਜਾਂਦੇ ਆ ਤੇ ਇਹ ਵੀ ਸਾਰੇ ਖਾਲਸੇ ਘੋੜੇ ਉੱਪਰ ਸਵਾਰ ਇਹ ਸਭ ਕੁਝ ਛਡਾ ਕੇ ਲੈ ਜਾਂਦੇ ਨੇ, ਇਹ ਕੌਣ ਨੇ? ਤੇ ਉਸ ਵਕਤ ਜ਼ਕਰੀਆ ਖਾਨ ਜਿਸ ਨੇ ਸਾਡੀ ਕੌਮ ਉੱਪਰ ਬਹੁਤ ਜ਼ੁਲਮ ਕੀਤਾ, ਉਹ ਵੀ ਤਾਰੀਫ ਕਰਦਾ ਹੋਇਆ ਇਹ ਬੋਲ ਸਾਂਝੇ ਕਰ ਜਾਂਦਾ ਹੈ ਕਿ ਇਹ ਖਾਲਸਾ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਨੇ। ਕਿਉਂਕਿ ਤਾਰੀਫ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਰ ਰਹੇ ਹਾਂ ਕਿ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਹੈ, ਜਿਸ ਦਿਨ ਦੀ ਇਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਗਿਆ, ਜਿਸ ਦਿਨ ਇਹਨਾਂ ਨੂੰ ਗੁਰੂ ਕੇ ਲੜ ਲਾ ਗਿਆ, ਇਹ ਨਹੀਂ ਕਿਸੇ ਤੋਂ ਵੀ ਡਰਦੇ, ਕਿਉਂਕਿ ਸਤਿਗੁਰੂ ਦੀ ਪਾਵਨ ਬਾਣੀ ਦੇ ਬੋਲ ਉਹਨਾਂ ਪਿਆਰਿਆਂ ਦੇ ਹਿਰਦੇ ਅੰਦਰ ਘਰ ਕਰ ਜਾਂਦੇ ਨੇ ਕਿ ਜਿਨ ਨਿਰਭਉ ਜਿਨ ਘਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਾਂ ਸਾਹਿਬ ਕਹਿਣ ਲੱਗੇ ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਨਹੀਂ ਕਿਸੇ ਤੋਂ ਡਰਦੇ। ਉਹ ਜ਼ਕਰੀਆ ਖਾਨ ਤਾਰੀਫ ਕਰਦਾ ਹੈ ਤੇ ਇਸ ਨੂੰ ਫਿਰ ਇਤਿਹਾਸ ਦੇ ਬੋਲਾਂ ਅੰਦਰ ਅੰਕਿਤ ਕੀਤਾ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਸਾਰੀ ਤਾਕਤ ਲੈਂਦੇ ਨੇ। ਮੁਰਸ਼ਦ ਇਨਕਾ ਵਲੀ भयो है, इनको आपे हियात दयो है, ऐसी गयो कलाम बताए है, जिससे सुदा तैयार कर ले हैं, सोए पिलाए लोगन के ताई, सियारण ते सिंह लेत बनाई, अवर सबन को जीव तरासे, मानत आप ताहे अविनाशी। के एक खंडे बाटे की पौ लै, गुरु के बचना नू पढ़ के ਇਹ ਗਿੱਦੜਾਂ ਤੋਂ ਸ਼ੇਰ ਬਣ ਜਾਂਦੇ ਨੇ। ਤੇ ਉਸ ਵਕਤ ਜਾਂਦਾ ਜਾਂਦਾ ਨਾਦਰ ਸ਼ਾਹ ਜ਼ਕਰੀਆ ਖਾਨ ਲਾਹੌਰ ਦੀ ਧਰਤੀ ਤੇ ਇੱਕ ਗੱਲ ਕਹਿ ਜਾਂਦਾ ਹੈ, ਕਹਿ ਲੱਗਾ ਕਿ ਆਉਣ ਵਾਲੇ ਸਮੇਂ ਅੰਦਰ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਹੀ ਰਾਜ ਹੋਵੇਗਾ। ਦੁਸ਼ਮਣ ਵੀ ਮਾਨੋ ਤਾਰੀਫ ਕਰ ਗਿਆ। ਕਵੀ ਸੰਤੋਖ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੰਬੰਧੀ ਫਿਰ ਬੋਲ ਬੜੇ ਸੋਹਣੇ ਸਾਂਝੇ ਕੀਤੇ। ਕਹਿ ਲੱਗੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, खूबती कुचीलता कतेबन कुरान की, पाप ही परपक जाते धर्म दस्क जाते वर्ण गर्क जाते, सैत विधान की देवी देव देहुरे संतोख सिंह दूर होते, रीत मिट जाती सब वेदन पुराण की, श्री गुरु गोबिंद सिंह पावन परम सूर, मूर्त न होती जो पे करुणा निधान की। हे गुरु गोबिंद सिंह जी तुसी ना हुंदे ਤੇ ਪਤਾ ਨਹੀਂ ਇਸ ਭਾਰਤ ਦੇਸ਼ ਦਾ ਕੀ ਬਣਦਾ, ਕਿਉਂਕਿ ਇੱਥੇ ਬੜੇ ਬੜੇ ਧਾੜ ਵੀ ਚੜ ਕੇ ਆਉਂਦੇ ਰਹੇ। ਤੇ ਉਸ ਵਕਤ ਫਿਰ ਸਤਿਗੁਰੂ ਦੇ ਘਰ ਨੇ ਇੰਨੀ ਜ਼ੁਰਤ ਇੰਨੀ ਦਲੇਰੀ ਉਹਨਾਂ ਦੇ ਵਿੱਚ ਭਰ ਦਿੱਤੀ ਕਿ ਉਹਨਾਂ ਦੀ ਹਿੰਮਤ ਨਾ ਪਈ। ਕਦੀ ਉਹਨਾਂ ਦੀ ਹਾਲਤ ਸੀ कि काम हमारा तोलन तकड़ी, नंगी कर्द कबू नहीं पकड़ी, चिड़ी उड़े हम डर जाए, मुगलों से कैसे लड़ पाए। ते इथे फिर ऐसे ऐसे सूरमे पैदा कर दिते। इथे सतगुरु दी पावन बाणी पढ़ के विधि चंद वर्गे मकान सूरमे बन गए। इथे गुरु हरगोबिंद साहिब दे समय 4 जंगां
ਸਤਿਗੁਰੂ ਦੇ ਨਾਲ ਬਰਾਬਰਤਾ ਦਾ ਸਾਥ ਦੇਣ ਵਾਲੇ ਸੂਰਮੇ ਜਿਹੜੇ ਸਨ ਉਹ ਤਿਆਰ ਹੋ ਗਏ। ਕੋਈ ਸਤਿਗੁਰੂ ਨੇ ਬਾਹਰੋਂ ਥੋੜੀ ਲੈ ਕੇ ਆਂਦੇ ਨੇ, ਇਸ ਭਾਰਤ ਦੇਸ਼ ਦੇ ਅੰਦਰ ਹੀ ਐਸੇ ਮਹਾਨ ਸੂਰਮੇ ਸਤਿਗੁਰੂ ਜੀ ਨੇ ਤਿਆਰ ਕਰ ਦਿੱਤੇ। ਜੇ ਸਮਾਂ ਆਉਂਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ 14 ਜੰਗ ਲੜਦੇ ਨੇ ਤੇ 14 ਜੰਗਾਂ ਦੇ ਅੰਦਰ ਸਿੱਖ ਜਿਹੜੇ ਨੇ ਉਹ ਨਾਲ ਬਰਾਬਰਤਾ ਦਾ ਸਾਥ ਦਿੰਦੇ ਹਨ। ਇੱਥੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਵਰਗੇ ਉਹ ਸਾਰਾ ਪਰਿਵਾਰ ਸਤਿਗੁਰੂ ਤੋਂ ਭੇਟ ਕਰ ਦਿੰਦੇ ਨੇ। ਇੱਥੇ ਹੀ ਮੱਖਣ ਸ਼ਾਹ ਲੁਬਾਣੇ ਵਰਗੇ ਉਹਨਾਂ ਦੀ ਅੰਸ਼ ਬੰਸ ਜਿਹੜੀ ਹੈ ਉਹ ਆਪਾਂ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੀ ਏ। ਇੱਥੇ ਹੀ ਵਿਦਵਾਨ ਪੰਡਤ ਕਿਰਪਾ ਰਾਮ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਸਕ੍ਰਿਤ ਦੇ ਟੀਚਰ ਸਨ, ਉਹ ਵੀ ਜਿੱਥੇ ਸਤਿਗੁਰੂ ਨੂੰ ਵਿਦਿਆ ਦਿੰਦੇ ਨੇ ਤੇ ਜੇ ਸਤਿਗੁਰੂ ਨੂੰ ਸੂਰਮਿਆਂ ਦੀ ਲੋੜ ਪੈਂਦੀ ਹੈ ਤੇ ਚਮਕੌਰ ਦੇ ਮੈਦਾਨੇ ਜੰਗ ਦੇ ਅੰਦਰ ਉਹ ਵੀ ਕਿਰਪਾ ਸਿੰਘ ਬਣ ਕੇ ਬਰਾਬਰਤਾ ਦਾ ਸਾਥ ਦੇ ਕੇ ਉਹ ਵੀ ਆਪਣੀਆਂ ਜਾਨਾਂ ਵਾਰ ਜਾਂਦੇ ਨੇ। ਇੱਥੇ ਹੀ ਸਤਿਗੁਰੂ ਜੀ ਨੇ ਇਹ ਸਾਰੇ ਸੂਰਮੇ ਜਿਹੜੇ ਸਨ ਸਾਰੇ ਤਿਆਰ ਕਰ ਲਏ। ਸਤਿਗੁਰੂ ਜੀ ਨੇ ਪਹਿਲਾਂ ਪਾਵਨ ਬਾਣੀ ਮਹਾਨ ਖਜ਼ਾਨਾ ਇਹ ਦਾਤ ਬਖਸ਼ੀ, ਕਿਉਂਕਿ ਜੇ ਸਿੱਧੀ ਕਿਰਪਾਨ ਹੱਥ ਦੇ ਅੰਦਰ ਫੜਾ ਦਿੰਦੇ ਤੇ ਦੂਸਰੇ ਪਾਸੇ ਵੀ ਜ਼ਾਲਮ ਹੈ ਤੇ ਇੱਥੇ ਸ਼ਾਇਦ ਸਿੱਖ ਵੀ ਉਸੇ ਬਿਰਤੀ ਦੇ ਬਣ ਜਾਂਦੇ। ਕਿਉਂਕਿ ਇਸਲਾਮ ਜਗਤ ਦਾ ਆਲਮ ਫਾਜ਼ਲ ਵਿਦਵਾਨ ਹੋਇਆ ਮੁਹੰਮਦ ਇਕਬਾਲ, ਉਹ ਬੜੀ ਸੋਹਣੀ ਗੱਲ ਸਾਂਝੀ ਕਰਦਾ ਹੈ। ਕਹਿਣ ਲੱਗੇ ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, जुदा होंदी सियासत तो रह जाती है चंगे जी। कि जे राजनीति दे नाल धर्म ना जुड़िया होए ते ए चंगेज खान दी नीति अपना के थां थां ते बर्बादी कर देगा। इस करके 5 जामियां तक सतगुरु जी ने मखान पावन बाणी दा खजाना दृढ़ कराया ते इथों तक कि जे गुरु गोबिंद सिंह पातशाह दा समा भी आ जाता है तां भी सतगुरु कल्ले जंग नहीं कर रहे। किते ये ना कोई कहे कि सतगुरु दी जदों भी कोई गल चलती है वो जंगां युद्धां दी ही गल चलती है। नहीं मैं हुणे बोल सांझे कीते ने कि सतगुरु कमाल दे कवि भी हन ते जदों उन्हां दे बचन पढ़दे आ कहन लगे मैं कल्ले बाहरले सूरमे नहीं पैदा कीते, मैं अंदरले भी सूरमे तैयार कर लए। ते उन्हां दी अवस्था दा जिक्र करदियां साहिब जी ने फिर बोल सांझे कीते। कहन लगे धन जियो ते को जग में मुख ते हर चित में जुद्ध विचारे। इत्थे कलियां किरपानां नहीं फड़ा दित्तियां, इत्थे नाल नाल आनंदपुर साहिब दी धरती ते भाई कन्हैये जी वर्गियां नूं भी भेजिया गया। क्योंकि जिस वक्त जंग हुंदा है ते उस वक्त कोई भी डिगदा होया सूरमा कोई प्रसादा नहीं मंगदा, कोई होर खुराक नहीं मंगदा। जदों भी सूरमे किसे ते वार होवेगा वो डिगदियां पानी दी मंग करेगा ते पानी दी मंग नूं मुख रखदियां होया ही सतगुरु जी ने सब तो पहला भाई कन्हैया जी नूं उसे मैदाने जंग दे अंदर पानी दे के तोड़ दिता कि इन्हां नूं जे प्यास लगदी है ते इन्हां नूं पानी भी दिता जाए। क्योंकि सतगुरु सबना दा भला मनाएंदा, तिस दा बुरा क्यों होए। गुरु किसे दा बुरा नहीं चाहुंदा। इस घर दा ते सिद्धांत ही यह है कि जो शरण आवे तिस कंठ लावे। ये बिरद स्वामी संधा इत्थे पहला किरपान नहीं कड्डी गई। मैं बार बार जिक्र कर रहा, जदों सारे हीले समझाउण दे बावजूद भी लंघ गए ते फिर सतगुरु दे घर नूं किरपान चुकनी पै गई। पहला सतगुरु दा घर किसे ते वार नहीं करदा। फिर जफरनामे दे बोल कहन लगे चौंकार अज गमा हील ते दर गुजस्त हलाल अस्त बुरदन बाज शमशीरे दस्त। जदों सारे हीलियां तो गल लंघ जाए फिर किरपान चुक लैनी जायज है। ते किरपान चुकिया होया सूरमा इन्हां बचनां दा धारनी है कि धन जियो ते को जग में मुख ते घर
चित में जुद विचारै, दे अनित न नित रखै, जस नाव चढ़ै पव सागर तारै, तीरज ताम बनाए यह तन, बुद्ध स्यों दीपक ज्यों उजियारै, ज्ञानै की बढ़नी मनो हाथ लै, कातरता कुतवार बहारै। सतगुरु ने अंदर दे सूरमे भी बना दिता, क्योंकि सहब पावन बाणी अंदर बोल सांझे करते ने कि इस देही अंदर पंच चोर वसै, काम क्रोध लोभ मोह हंकारा, अमृत लूटै मन मुख नहीं बूझै, कोई न सुने पुकारा। ते जिस वक्त पावन बाणी हिरदे अंदर गई ते सूरमा उस पावन बाणी दा धारनी बन गया, ते फिर ओही कहंदा है कि नस वंजो किल विखो, करता घर आया। जा उस सूरमे दे बोल हुंदे ने, बाबा बोलते ते कहाँ गए, सुरत माहे जो नृत्य करते, कथा वार्ता कहते। जिन्हां विकारां ने अंदर शोर पाया होया सी, जदों मैं गुरु तो मत लई, गुर दिखलाई मोरी, जित मिर्ग पड़त है चोरी, मूंद लिए दरवाजे, बाजिए अनहद बाजे। जिवें घर दे अंदर आपां बारियां विंडो आदि रखियां जांदियां ने, दरवाजे रखे जांदे ने। जिस वक्त अंदर आउणा उदों भी दरवाजे की जरूरत, जिस वक्त बाहर जाना उदों भी दरवाजे की जरूरत। ते जे किते तूफान हनेरी चढ़ के आ जाए तो उदों भी दरवाजे इन्हां बारियां नूं बंद करना पै जांदा है। साहब ये नहीं कहंदे कि बिल्कुल कन बंद कर लै, बिल्कुल अपनी रसना नूं बंद कर लै, बिल्कुल इन्हां नेत्रां नूं बंद कर देख ही ना, फिर कुदरत के नज़ारियां नूं किवें देखेगा। इत्थे ते धनी राम चातरिक वर्गे ये बोल सांझे करते ने कि अखियो तकना बाण तुहाडी, कौन कहे तुसी तको ना, तकदियां तकदियां रज रज तको, तकदियां तकदियां थको ना, पर उस दाते दे अमृत विच जहर बना तुसी फको ना। इन्हां नेत्रां दे नाल ही कुदरत दे विचों कादर दे दीदार करने ने। ते जे गुरु का सिद्धांत कोल नहीं, जे अंदर दा सूरमा नहीं बनिया, ते फिर कहन लगे इन्हां नेत्रां राही अंदर जहर जिहड़ा है वो जाई जाएगा। मनोविग्यानकां दा तां इह कथन है कि 83% इन्हां अखां दे नाल ही अंदर विकार जांदे ने। पर जे गुरु की विचारधारा कोल होवेगी ते फिर अखां नूं देखण दी जाच आ जाएगी, इस रसना नूं बोलण दी जाच, इन्हां कन्नां नूं सुणन दी जाच, हत्थां पैरां नूं चलण दी जाच आ जाएगी। जिहड़े बोल मैं सांझे कर रहा सा कि गुर दिखलाई मोरी, मोरी दा अर्थ कमजोरी। एक कमजोरी जिहड़ी अंदर दी गुरु ने दिखा दित्ती, अंदरों सूरमे बना दिता। गुर दिखलाई मोरी, जित मिर्ग पड़त है चोरी, मूंद लिए दरवाजे, बाजिए अनहद बाजे। कह लगे जदों अंदर विकार जांदे होण, उस वक्त इन्हां नेत्रां नूं, इन्हां कन्नां नूं, इन्हां जेबां नूं, इन्हां सारे रस्तियां नूं बंद कर लै ते अंदर दा सूरमा बन जाएगा। धन जियो ते को जग में मुक्ते खर, चित में जुद विचारै। कह लगे बाहरों पावन बाणी नूं पढ़दा होवे, अंदर चित दे विच इस दे उन्हां विकारां दे उपर फतेह पाउण दी गुरु की विचारधारा तो जाच आउंदी होवे। क्योंकि मैं जिक्र कर रहा गुरु अंदर दा ते बाहर दा दोनों पास्यों तैनूं सूरमा बनाउणा चाहुंदा है। धन जियो ते को जग में मुक्ते घर, चित में जुद विचारै दे अनित। एक हुंदा शब्द नित ते ऐड़ा लग गया अनित, कि इस देही ने अनित सदीव काल लई नहीं रहना। दे अनित ना नित रहे, जस नाव चढ़े भव सागर तारै। जिवें आपां किसी बेड़े उपर सवार होके समुंदर तो पार हो जाइए, इसे तरह इस आत्मा ने जिहड़ी साडे अंदर आई सी, इस आत्मा ने जिहड़ा कई जन्मां दे अंदर सफर करके आई है, ते हुण अरदास है किरत कर्म के विछड़े कर कृपा मिलो राम। वो सफर तय करना इस शरीर दे नाल, ते इस शरीर दे विच विच रहिंदियां परमात्मा दे विच एक मिक हो जाए। मैं कई बार जिक्र करना, बहुतात
ਸਾਨੂੰ ਸਮਝ ਨਹੀਂ ਆਈ। ਅਸੀਂ ਮਰਨ ਤੋਂ ਬਾਅਦ ਕਹਿੰਦੇ ਆ ਚਰਨਾਂ ਅੰਦਰ ਥਾਂ, ਪਰ ਇੱਥੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਲਵੇਨ ਦੀ ਧਰਤੀ ਤੇ ਵਿਚਰਦੇ ਨੇ ਤੇ ਭਾਈ ਡੱਲਾ ਜਿਉਂਦੇ ਜੀ ਕਹਿੰਦਾ ਹੈ ਕਿ ਆਪਣੇ ਚਰਨਾਂ ਅੰਦਰ ਪੀੜੀ ਜਿੰਨੀ ਥਾਂ ਦੇ ਦਿਓ। ਸਾਹਿਬ ਕਹਿਣ ਲੱਗੇ ਸੇਵਾਵਾਂ ਤੇਰੀਆਂ ਬੜੀਆਂ ਨੇ, ਪਰ ਅਜੇ ਖੰਡੇ ਬਾਟੇ ਕੀ ਪੌਲ ਨਹੀਂ ਲਈ, ਗੁਰੂ ਕੇ ਕਹਿਣੇ ਅੰਦਰ ਪੂਰਨ ਤੌਰ ਤੇ ਨਹੀਂ ਆਇਆ। ਜਦੋਂ ਇਹਨਾਂ ਗੱਲਾਂ ਨੂੰ ਪ੍ਰਵਾਨ ਕਰੇਗਾ ਫਿਰ ਪੀੜੀ ਜਿੰਨੀ ਥਾਂ ਮਿਲ ਜਾਏਗੀ। ਬਚਨ ਮੰਨਦਾ ਭਾਈ ਡੱਲਾ ਸਤਿਗੁਰੂ ਦੀ ਵਿਚਾਰਧਾਰਾ ਤੋਂ ਸਹਿਮਤ ਹੋ ਕੇ ਖੰਡੇ ਬਾਟੇ ਦੀ ਪੌਲ ਲੈਂਦਾ ਹੈ। ਭਾਈ ਡੱਲਾ ਸਿੰਘ ਬਣਦਾ ਹੈ। ਉਹੀ ਫਿਰ ਚਰਨਾਂ ਅੰਦਰ ਅਰਦਾਸ ਕਰਦਾ ਹੈ ਕਿ ਹੁਣ ਪੀੜੀ ਜਿੰਨੀ ਥਾਂ, ਤੇ ਸਾਹਿਬ ਕਹਿਣ ਲੱਗੇ ਹੁਣ ਕੱਲੀ ਪੀੜੀ ਜਿੰਨੀ ਥਾਂ ਨਹੀਂ, ਹੁਣ ਤੇ ਸਾਰਾ ਹੀ ਗੁਰੂ ਨਾਨਕ ਸਾਹਿਬ ਦਾ ਘਰ ਤੇਰਾ ਹੈ। ਇਸ ਕਰਕੇ ਨਿਗੁਰੇ ਨਾ ਰਹਿ ਜਾਈਏ, ਖੰਡੇ ਬਾਟੇ ਕੀ ਪੌਲ ਲਈਏ, ਗੁਰੂ ਵਾਲੇ ਬਣੀਏ। ਜਿਹੜੇ ਬਚਨ ਮੈਂ ਸਾਂਝੇ ਕਰ ਰਿਹਾ, ਦੇ ਅਨਿਤ ਨਾ ਨਿਤਰ ਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਇਸ ਦੇਹੀ ਨੇ ਨਿਤ ਨਹੀਂ ਰਹਿਣਾ, ਇੱਕ ਦਿਨ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੈ। ਤੇ ਇਸ ਆਤਮਾ ਨੂੰ ਜਿਉਂਦੇ ਜੀ ਪਰਮਾਤਮਾ ਦੇ ਵਿੱਚ ਇੱਕਮੇ ਕਰਦਾ ਅਰਦਾਸ ਕਰਿਆ ਕਰ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਮੈਨੂੰ ਜਿਉਂਦੇ ਜੀ ਆਪਣੇ ਚਰਨਾਂ ਦੇ ਅੰਦਰ ਥਾਂ ਦੇ ਦੇ, ਮੈਂ ਜਿਉਂਦਾ ਪ੍ਰਵਾਨ ਹੋਣਾ ਚਾਹੁੰਦਾ। ਦੇ ਅਨਿਤ ਨਾ ਨਿਤ ਰਖੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ। ਬਾਰੀ ਤੌਰ ਤੇ ਅਸੀਂ ਬਹੁਤ ਸਿਆਣੇ, ਸਮਾਜ ਦੇ ਅੰਦਰ ਅਸੀਂ ਬਹੁਤ ਕਾਮਯਾਬ ਹੋ ਗਏ। ਆਪ ਵੀ ਅਸੀਂ ਬਹੁਤ ਧਨ ਇਕੱਤਰ ਕਰਨਾ ਜਾਣਦੇ ਹਾਂ, ਆਪਣੇ ਬੱਚਿਆਂ ਨੂੰ ਵੀ ਚੰਗੇ ਪਾਸੇ ਲਾਉਣਾ ਜਾਣਦੇ ਹਾਂ, ਅਸੀਂ ਘਰ ਚੰਗੇ ਬਣਾਉਣੇ ਜਾਣਦੇ ਹਾਂ, ਦੁਨਿਆਵੀ ਧਨ ਇਕੱਠਾ ਕਰਨਾ ਜਾਣਦੇ ਹਾਂ। ਮੈਂ ਰਾਤ ਦੇ ਦੀਵਾਨਾਂ ਵਿੱਚ ਵੀ ਬੋਲ ਸਾਂਝੇ ਕਰ ਰਿਹਾ ਸਾਂ ਕਿ ਤਨ ਦੀ ਰਹਿਣੀ ਤੇ ਆ ਗਈ, ਪਰ ਮਨ ਦੀ ਰਹਿਣੀ ਜਿਹੜੀ ਅਜੇ ਸਾਰਿਆਂ ਨੂੰ ਨਹੀਂ ਆਈ। ਜਿੱਥੇ ਬਾਹਰਲਾ ਘਰ ਬਣਿਆ, ਜਿਉਂਦੇ ਜੀ ਜਿੱਥੇ ਮਰਜੀ ਜਗਤ ਅੰਦਰ ਤੁਰਿਆ ਫਿਰ, ਜਿਸ ਦਿਨ ਆਏਗਾ ਤੈਨੂੰ ਤੇਰਾ ਪਰਿਵਾਰ ਤੇਰੇ ਘਰ ਵਿੱਚ ਥਾਂ ਦੇ ਦੇਗਾ, ਪਰ ਜਿਸ ਦਿਨ ਸਵਾਸ ਨਿਕਲ ਗਏ ਤੇਰੇ ਹੀ ਪਰਿਵਾਰ ਨੇ ਤੈਨੂੰ ਉਸੇ ਮਕਾਨਾਂ ਵਿੱਚੋਂ ਚੁੱਕ ਕੇ ਬਾਹਰ ਲੈ ਜਾਣਾ ਹੈ। ਤੇ ਕੀ ਅੰਦਰ ਦਾ ਘਰ ਤਿਆਰ ਕੀਤਾ ਹੈ, ਜਿੱਥੇ ਜਾ ਕੇ ਇਹ ਆਤਮਾ ਪ੍ਰਵੇਸ਼ ਕਰ ਸਕੇ, ਜਿੱਥੇ ਜਾ ਕੇ ਇਹ ਆਤਮਾ ਟਿਕ ਸਕੇ। ਸਾਹਿਬ ਕਹਿਣ ਲੱਗੇ ਧੀਰਜ ਧਾਮ ਬਣਾਏ ਇਹ ਤਨ, ਆਪਣੇ ਅੰਦਰ ਉਹ ਸਹਿਜ ਵਾਲੀ ਅਵਸਥਾ, ਉਸ ਸੰਬੰਧੀ ਕੋਈ ਉਪਰਾਲਾ ਕੀਤਾ ਹੈ। ਰੱਬ ਦੇ ਪਿਆਰੇ ਜਿਨ੍ਹਾਂ ਦੇ ਉੱਪਰ ਇਹ ਕਿਤੇ ਅਵਸਥਾ ਵਰਤ ਜਾਂਦੀ ਹੈ, ਸਤਿਗੁਰੂ ਤਾਂ ਪਾਵਨ ਬਾਣੀ ਅੰਦਰ ਜ਼ਿਕਰ ਕਰਦੇ ਨੇ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿਹੜੇ ਜਿਉਂਦੇ ਜੀ ਅੰਦਰ ਘਰ ਪ੍ਰਮਾਤਮਾ ਦਾ ਬਣਾ ਲੈਂਦੇ ਨੇ, ਸਾਹਿਬ ਕਹਿਣ ਲੱਗੇ ਨਾ ਉਹਨਾਂ ਨੂੰ ਬਹੁਤੀ ਨੀਂਦ ਆਉਂਦੀ ਏ, ਨਾ ਉਹ ਬਹੁਤਾ ਖਾਂਦੇ ਨੇ, ਤੇ ਨਾ ਹੀ ਉਹ ਦੁੱਖ ਦੇ ਅੰਦਰ ਦੁਖੀ ਹੁੰਦੇ ਨੇ, ਨਾ ਹੀ ਉਹ ਸੁੱਖ ਦੇ ਅੰਦਰ ਬਹੁਤੇ ਮਸਤ ਹੁੰਦੇ ਨੇ। ਉਹ ਸਤਿਗੁਰੂ ਦੇ ਬਚਨਾਂ ਦੇ ਧਾਰਨੀ ਬਣ ਜਾਂਦੇ ਨੇ। ਉਹ ਅੰਦਰ ਦਾ ਘਰ ਵੀ ਜਿਉਂਦੇ ਜੀ ਆਪ ਤਿਆਰ ਕਰ ਜਾਂਦੇ ਨੇ। ਸਾਹਿਬ ਦੇ ਬੋਲ ਜਿਹੜੇ ਸਾਂਝੇ ਕਰ ਰਿਆਂ ਕਿ ਦੇ ਅਨਿਤ ਨਾ ਨਿਤ ਰਖੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ। ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬਹਾਰੈ। ਆਪਣੇ ਘਰਾਂ ਦੀ ਨਿਤ ਸਫਾਈ ਕੀਤੀ ਜਾਂਦੀ ਹੈ। ਤੇ ਕਹਿਣ ਲੱਗੇ ਆਪਣੇ ਗਿਰਵਾਨ ਅੰਦਰ ਵੀ ਕਦੇ ਆਪਣੇ ਅੰਦਰ ਦੀ ਸਫਾਈ ਕਰਨ ਦਾ ਵੀ ਯਤਨ ਕਰ। ਉੱਥੇ ਬਾਹਰਲਾ ਝਾੜੂ ਪੋਚਾ ਨਹੀਂ ਜਾਣਾ, ਉੱਥੇ ਗਿਆਨ ਨੂੰ ਹੀ ਝਾੜੂ ਪੋਚਾ ਬਣਾ ਲੈ। ਜਿਸ ਵਕਤ ਅੰਦਰ ਗੁਰੂ ਕੇ ਗਿਆਨ ਦਾ ਝਾੜੂ ਪੋਚਾ ਲਾ ਦੇਗਾ, ਅੰਦਰੋਂ ਵਿਕਾਰਾਂ ਦੀ ਸਫਾਈ ਹੋ ਜਾਏਗੀ ਤੇ ਇਹ ਜੀਵ ਜਿਹੜਾ ਹੈ ਜਿਉਂਦੇ ਜੀ ਪ੍ਰਵਾਨ ਹੋ ਜਾਂਦਾ ਹੈ। ਜਿਨ੍ਹਾਂ ਬੋਲਾਂ ਨੂੰ ਮੈਂ ਸਾਂਝੇ ਕਰ ਰਿਹਾ, ਸਾਹਿਬ ਕਹਿਣ ਲੱਗੇ ਦੇ ਅਨਿਤ ਨਾ ਨਿਤ ਰਖੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ। ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਖਾਰੈ।
अंदरों बुराइयां कढ़ दे। ते फिर जिन्हां ने बुराइयां कढ़ लईआं उन्हां दे बोल साहब ने पावन बाणी अंदर जिक्र कीता। देखो भाई ज्ञान की आई आंधी, सबे उडानी भ्रम की टाटी, रह न माया बांधी। दो चित्ते की दो थून गिरानी, मोह बलेंडा टूटा, तिसना शान परी धारू पर, दुरमत भांडा फूटा। उन्हां दे अंदरों विकार चले जांदे ने। धन गुरु गोबिंद सिंह पातशाह जी संबंधी जो वख वख विद्वानां ने बोल सांझे कीते, उन्हां नूं विचार रिहा सां। फिर मैं जिक्र किया कल्ले गुरु शस्त्रां दी गल ही नहीं करते, सतगुरु दे जदों बचनां नूं पढ़दे हां ते कमाल दी अंदर ओ शांति, ओ किवें अंदर दा ते बाहर दा सूरमा बनन दी जाच सिखाउंदे ने। ऐसे ओ महान सतगुरु धन गुरु गोबिंद सिंह पातशाह जिन्हां दा बहुत लंबा चौड़ा इतिहास, इन्ने समय अंदर उस इतिहास सारे ऊपर नज़र नहीं मारी जा सकती। ये तो कुछ बोल विचों आपां पंछी झात जिहड़ी है वो सांझी कीती है। सतगुरु बख्शिश रहमत करन। जे सतगुरु जी ने सानों अंदर दे ते बाहरले सूरमे बनाउण दी जाच सिखाई, ते फिर उन्हां बचनां राहीं आपां भी चलण दा यतन करिए तां कि कोई सानों विकारी ठग ना सके, लुट ना सके। दूसरियां ऊपर दोष लाउण तो बाद आपां अपने आप नूं सुधारन दा यतन करिए, फिर जीवन सुचज्जा बन जाएगा। सतगुरु बख्शिश रहमत करन। सारियां दा बहुत बहुत धन्नवाद जी। पुल्लां बख्श लैणियां। वाहिगुरू जी का खालसा, वाहिगुरू जी की फतेह।